ਹੁਣ ਕਿੰਨੀਆਂ ਸਪੈਕਟਰਲ ਲਾਈਨ ਹੋਣਗੀਆਂ ਸਪੋਜ਼ ਕੋਈ ਵੀ ਜਿਹੜੀ ਲਾਈਨ ਹੈ n ਲੈਵਲ ਤੋਂ ਫਸਟ ਲੈਵਲ ਤੇ ਆਉਂਦੀ ਹੈ ਤਾਂ ਨੰਬਰ ਆਫ ਸਪੈਕਟਰਲ ਲਾਈਨ ਜਿਹੜੀਆਂ ਹੋਣਗੀਆਂ ਉਹ ਹੋਣਗੀਆਂ nc2 अगर n तो mth ਲੈਵਲ ਤੇ ਆਉਂਦੀ ਹੈ ਤਾਂ ਇਹ ਹੋਣਗੀਆਂ n-m + 1/2। फिर आता है साडे कोल आयोनाइजेशन एनर्जी की होंदी है एनर्जी रिक्वायर्ड टू इजेक्ट आउट द इलेक्ट्रॉन फ्रॉम एन एटम और इसकी वैल्यू होंदी है 13.6 इलेक्ट्रॉन वोल्ट। और एक्साइटेशन एनर्जी जो जिहड़ी एनर्जी रिक्वायर्ड टू मेक द इलेक्ट्रॉन जंप टू सम एक्साइटेड स्टेट ਹੁਣ ਸੈਕੰਡ ਲੈਵਲ ਤੇ ਤੁਸੀਂ ਫਸਟ ਲੈਵਲ ਦੀ એનર્ਜੀ ਨੂੰ ਮਾਈਨਸ ਕਰਤਾ 10.2 ਇਲੈਕਟ੍ਰੋਨ ਵੋਲਟ ਆ ਗਈ, ਇਹਨੂੰ ਐਕਸਾਈਟੇਸ਼ਨ એનર્ਜੀ ਕਹਿੰਦੇ ਆ। ਇਸ ਤਰ੍ਹਾਂ ਇੱਕ ਛੋਟਾ ਜਿਹਾ ਨਿਊਮੈਰੀਕਲ ਹੈ ਬਾਈਂਡਿੰਗ એનર્ਜੀ ਦੇ ਉੱਤੇ ਕਿ ਬਾਈਂਡਿੰਗ એનર્ਜੀ ਇਨ ਦੀ ਗਰਾਊਂਡ ਸਟੇਟ ਆਫ ਦੀ ਹੀਲੀਅਮ ਦਿੱਤੀ ਹੋਈ ਹੈ। ਫਾਈਂਡ ਦੀ એનર્ਜੀ ਰਿਕੁਆਇਰਡ ਟੂ ਰਿਮੂਵ ਬੋਥ ਦੀ ਇਲੈਕਟ੍ਰੋਨ। ਲਓ ਜੀ ਤੁਹਾਨੂੰ ਪਤਾ ਹੈ ਫਾਰਮੂਲਾ ਜਿਹੜਾ ਹੁੰਦਾ ਹੈ ਇੱਕ ਹੁੰਦਾ એનર્ਜੀ -13.6 z ਦਾ ਸਕੁਅਰ ਬਟਾ n। फार्मूला -2 पाई स्क्वायर k स्क्वायर z स्क्वायर e 4 * m बटा n स्क्वायर। हीलियम है, हीलियम दे वास्ते Z2 हुंदा है, हीलियम वास्ते Z = 2 हुंदा है और ये जो लेवल हैगा इनू 1 पुट कर लो तो बन गया 2 to the 4 13.6 ਨੂੰ 4 ਨਾਲ ਮਲਟੀਪਲਾਈ ਕਰ ਲਓ। इनू 4 ਨਾਲ डिवाइड कर दो ना 1 ਦਾ ਸਕੁਅਰ ਹੈ m ਸਕੁਅਰ। ਹੁਣ ਜਦੋਂ ਇਹ ਤੁਸੀਂ 1 ਇਹਨੂੰ ਜਿਹੜਾ ਮਲਟੀਪਲਾਈ ਕਰ ਲਿਆ 54.4 ਆ ਗਿਆ। ਲਓ ਜੀ ਇਹ ਆ ਜਾਊਗਾ -54.4। ਇਹਦਾ ਮਤਲਬ ਸਾਨੂੰ ਕਿੰਨੀ એનર્ਜੀ ਚਾਹੀਦੀ ਹੈ 24.6 + 54.7 = 79 इलेक्ट्रॉन वोल्ट। आंसर आ गया। साडा अगला क्वेश्चन है इफ एन एटम ऑफ फर्मियम 25700 fall on the Bohr model of this and the radius of this कितना होगा ਤੁਹਾਨੂੰ ਪਤਾ ਹੈ each shell can accommodate at the maximum 2n² electron first second third fourth fifth level। ਹੁਣ ਤੁਸੀਂ ਦੇਖੋ ਵੀ n ਜਿਹੜਾ ਹੈਗਾ ਹੁਣ z ਹੈਗਾ 100 ਤੇ n ਹੈਗਾ 5 ਦਾ ਸਕੁਅਰ ਬਟਾ 100 क्योंकि 5 पुट किया 25/100 ਇਹਦਾ ਮਤਲਬ ਰੇਡੀਅਸ ਕਿੰਨਾ ਰਹਿ ਜਾਊਗਾ 1/4 ਰਹਿ ਜਾਊਗਾ ਆਫ ਦੀ ओरिजिनल ਰੇਡੀਅਸ। ਇਸ ਤਰ੍ਹਾਂ ਕਰਕੇ ਤੁਸੀਂ n ਵੀ ਕੱਢ ਲਿਆ ਤੁਹਾਨੂੰ ਰੇਡੀਅਸ ਵੀ ਕੱਢ ਲਿਆ। ਹੁਣ ਮੈਨੂੰ ਲਿਖਣ ਲਈ ਥੋੜੀ ਸਪੇਸ ਚਾਹੀਦੀ ਹੈ, ਮੈਂ ਇਹਨੂੰ ਇੱਥੋਂ ਰਬ ਕਰਨ ਲੱਗਿਆ। ਨਿਊਕਲੀਅਸ ਦੇ ਵਿੱਚ ਨਿਊਕਲੀਅਸ ਲਿਖ ਸਭ ਤੋਂ ਪਹਿਲਾਂ ਸਾਨੂੰ ਨਿਊਕਲੀਅਸ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ 'ਚ ਨਿਊਟ੍ਰੋਨ ਹੁੰਦੇ ਆ ਤੇ ਪ੍ਰੋਟੋਨ ਹੁੰਦੇ ਆ ਤੇ ਇਲੈਕਟ੍ਰੋਨ ਇਹਦੇ ਦੁਆਲੇ ਸ਼ੈਲਾਂ ਦੇ ਵਿੱਚ ਫਿਕਸਡ ਸਟੇਸ਼ਨਰੀ ਆਰਬਿਟ ਦੇ ਵਿੱਚ ਘੁੰਮਦੇ ਆ। ਇਸ 'ਚ ਇੱਕ ਕਨਸੈਪਟ ਆਊਗਾ ਜਿਵੇਂ ZXA ਹੈ, ये कोई एलिमेंट है, Z की है एटॉमिक नंबर है और A की है उसका मास नंबर है। बिल्कुल एलिमेंट्री गल है। मास नंबर की होता है इक्वल टू नंबर ऑफ प्रोटॉन्स प्लस नंबर ऑफ न्यूट्रॉन्स और एटॉमिक नंबर की होता है इक्वल टू नंबर ऑफ प्रोटॉन्स। नंबर ऑफ प्रोटॉन ते न्यूट्रॉन मिलके मास नंबर बनाते हैं और एटॉमिक नंबर जिहड़ा हैगा ਉਹ ਨੰਬਰ ਆਫ ਪ੍ਰੋਟੋਨ ਹੁੰਦਾ ਹੈ। ਨਿਊਟਰੋਨ ਤੇ ਪ੍ਰੋਟੋਨਸ ਨੂੰ ਅਸੀਂ ਨਿਊਕਲੀਓਨਸ ਕਹਿੰਦੇ ਆ। ਉਹਦੇ ਨਿਊਟਰੋਨ ਵੀ ਹੋਣਗੇ ਤੇ ਪ੍ਰੋਟੋਨਸ ਵੀ ਹੋਣਗੇ। ਇਹਦੇ ਵਿੱਚ ਛੋਟੀਆਂ ਛੋਟੀਆਂ ਦੋ ਤਿੰਨ ਗੱਲਾਂ ਨੇ। ਇੱਕ ਵਰਡ ਆਊਗਾ ਆਈਸੋਟੋਪਸ, ਆਈਸੋਟੋਪਸ, ਇੱਕ ਵਰਡ ਆਏਗਾ ਆਈਸੋਬਾਰਜ਼, ਇੱਕ ਵਰਡ ਆਏਗਾ ਆਈਸੋਟੋਨਸ। ਆਈਸੋਟੋਪ ਹੁੰਦੇ ਆ ਜਿਨ੍ਹਾਂ ਦਾ ਸੇਮ ਐਟੋਮਿਕ ਨੰਬਰ ਬਟ ਡਿਫਰੈਂਟ ਮਾਸ ਨੰਬਰ A। ਹੁਣ 1H1 1H2 1H3 ਇਸ ਦੇ ਵਿੱਚ ਕੀ ਆਈਸੋਬਾਰ ਚ ਸੇਮ ਮਾਸ ਨੰਬਰ ਬਟ ਡਿਫਰੈਂਟ ਐਟੋਮਿਕ ਨੰਬਰ ਡਿਫਰੈਂਟਲੀ। ਠੀਕ ਹੈ ਜੀ। ਉਸ ਤੋਂ ਬਾਅਦ ਆਈਸੋਟੋਨਸ ਹੈਵਿੰਗ ਸੇਮ ਨੰਬਰ ਆਫ ਨਿਊਕਲੀਆਈ ਹੈਵਿੰਗ ਸੇਮ ਨੰਬਰ ਆਫ ਨਿਊਟਰॉन्स। ਇਹ ਨੰਬਰ ਆਫ ਨਿਊਟਰॉन ਸੇਮ ਹੁੰਦੇ ਆ। एटम of an element having same number of neutrons। उस तो बाद असी गल करांगे एक एटॉमिक मास यूनिट के बराबर होता है 1 AMU। एक होता है 9.167 × 10⁻⁻24 किलो 10⁻⁻27 किलोग्राम। उस तो बाद साडे कोल एक वर्ड आएगा न्यूक्लियर साइज। न्यूक्लियर साइज की होता है देखो
न्यूक्लियर साइज ਆਪਾਂ ਪੜਾਂਗੇ ਜਿਹੜਾ ਵੋਲਿਊਮ ਹੁੰਦਾ ਨਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਸ ਨੰਬਰ ਦੇ ਬਰਾਬਰ ਹੁੰਦਾ ਹੈ। ਆਪਾਂ ਨਹੀਂ ਮੰਨਦੇ ਹਾਂ ਜਿਹੜਾ ਸਾਡਾ ਨਿਊਕਲੀਅਸ ਹੈ ਉਹ ਸਫੈਰਿਕਲ ਹੈ, ਤਾਂ ਵੋਲਿਊਮ ਹੁੰਦਾ 4/3 ਪਾਈ r ਦਾ ਕਿਊਬ where is directly proportional to a। ਇਹਦਾ ਮਤਲਬ r ਦਾ ਕਿਊਬ where is directly proportional to a। ਇਹਦਾ ਮਤਲਬ r is equal to r naught a raised to the power 1/3। r is equal to r naught a raised to the power 1/3। ਉਸ ਤੋਂ ਬਾਅਦ ਆਉਂਦਾ ਨਿਊਕਲੀਅਰ ਡੈਂਸਿਟੀ ਕੀ ਹੁੰਦੀ ਹੈ। ਨਿਊਕਲੀਅਰ ਡੈਂਸਿਟੀ ਡੈਂਸਿਟੀ ਹੁੰਦੀ ਹੈ ਮਾਸ ਬਟਾ ਵੋਲਿਊਮ। ਮਾਸ ਕਿਹਦਾ a ਨਿਊਕਲੀਅਨ ਦਾ ਬਟਾ ਮਾਸ ਬਟਾ 4/3 ਪਾਈ r ਦਾ ਕਿਊਬ ਮੀਨ r naught ਦਾ ਕਿਊਬ ਇਨਟੂ a। a ਤੇ a ਕੱਟ ਗਿਆ। ਇਹਨੂੰ ਤਾਂ ਤੁਸੀਂ ਸੋਲਵ ਕਰੋਗੇ ਤੁਹਾਡੇ ਕੋਲ ਡੈਂਸਿਟੀ ਜਿਹੜੀ ਹੈ ਉਹ ਇਨ ਦੀ ਰੇਂਜ ਆਫ 10 ਦੀ ਪਾਵਰ 17 2.17 into 10 ਦੀ ਪਾਵਰ 17 ਕਿਲੋਗ੍ਰਾਮ ਪਰ ਮੀਟਰ ਕਿਊਬ ਆ ਜਾਏਗੀ। ਇਹਦਾ ਮਤਲਬ ਜਿਹੜਾ ਨਿਊਕਲੀਅਸ ਹੈਗਾ that is the most dense in the structure। ਫਿਰ ਸਾਡੇ ਕੋਲੇ ਆਉਂਦਾ ਨਿਊਕਲੀਅਰ ਫੋਰਸਾਂ ਕੀ ਹੁੰਦੀਆਂ। ਹੁਣ ਰੱਬ ਕਰਨ ਲੱਗਿਆ ਮੈਂ ਨਿਊਕਲੀਅਰ ਫੋਰਸ which bind the nucleons of an atom। ਜਿਹੜੀ ਨਿਊਕਲੀਅਨਸ ਨੂੰ ਇਕੱਠਾ ਕਰਕੇ ਰੱਖਦੀ ਹੈ ਉਹਨੂੰ ਨਿਊਕਲੀਅਰ ਫੋਰਸ ਕਹਿੰਦੇ ਆ। ਫੋਰਸ which binds the nucleon of an atom is called nuclear force। ਇਹ ਜਿਹੜੀ ਫੋਰਸ ਹੈ ਇਹਦੀਆਂ ਪ੍ਰੋਪਰਟੀਜ਼ ਨੇ। these are strong forces, these are short range forces। short range force है, their size is of the order of the size of the nucleus, their range is of the order of size of nucleus indicated by 15। they are charge independent, they are spin dependent, they are central forces, ਇੱਥੇ attraction or repulsion, उरे R naught। they are generally attractive but become repulsive when the intermolecular separation become extremely small। they are generally attractive but becomes repulsive when intermolecular separation becomes extremely small। they are generally attractive but become repulsive when the intermolecular separation becomes extremely small। they are charge independent, they are spin dependent, they are central forces, they are short range forces, they are very strong forces। Fgs to Fps to Fn 1 is to 10 the power 36 is to 10 the power 39 इतनी strong है। और शॉर्ट रेंज है, रेंज इज ऑफ द ऑर्डर ऑफ द साइज ऑफ द न्यूक्लियस। ਹੁਣ ਇਹ ਸੀਗੀਆਂ ਪ੍ਰੋਪਰਟੀਜ਼। ਹੁਣ ਇਹਨਾਂ ਦਾ origin ਕਿਵੇਂ ਹੋਇਆ। origin of the nuclear force। origin of the nuclear force ਇੱਕ मीज़ॉन थ्योरी आई by Yukawa कि all the nucleon consist of identical cores surrounded by a cloud one or more pi meson। pi meson तीन तरह के होंगे pi plus, pi 0, pi minus। the difference in the protons and neutron is due to the difference in their respective meson cloud। their difference is due to the difference in their meson cloud। meson ਦਾ exchange ਹੁੰਦਾ है। theory ये कहती है nucleons keep on exchanging these pi meson। ਜਿਹੜੇ ਨਿਊਕਲੀਅਨਸ ਨੇ ਇਹ ਪਾਈ ਮੀਜ਼ੋਨਸ ਨੂੰ ਐਕਸਚੇਂਜ ਕਰਦੇ ਆ ਈਚ ਅਦਰ ਐਂਡ ਇੰਟਰੈਕਟ ਵਿਦ ਈਚ ਅਦਰ ਤੇ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਆ। ਪ੍ਰੋਟੋਨ ਤੋਂ ਜਦੋਂ ਨਿਊਟਰੋਨ ਬਣਦਾ ਹੈ ਤਾਂ ਇੱਕ ਪਾਈ ਪੋਜ਼ਿਟਿਵ ਨਿਕਲਦਾ। ਅਗਰ ਨਿਊਟਰੋਨ ਤੇ ਪ੍ਰੋਟੋਨ ਪਾਈ ਮੀਜ਼ੋਨ ਮਿਲਦੇ ਹੈ ਤਾਂ ਪੀ ਪ੍ਰੋਟੋਨ ਬਣਦਾ ਹੈ। ਇਹ ਸੀ origin of the nuclear forces। ਫਿਰ ਅਗਲਾ ਟੌਪਿਕ ਹੈ
binding energy of the nucleus. Binding energy of the nucleus. Energy required to separate the nucleons, required to separate the nucleons from the nucleus. किवें हुण साडे कोले ये कोई एलिमेंट है ZX, इस च जे MP जिहड़ा हुंदा है वो मास ऑफ प्रोटॉन हुंदा है, प्रोटॉन्स, ते Mn जिहड़ा हुंदा है वो मास ऑफ न्यूट्रॉन्स हुंदा है। हुण तुसीं देखो इस च किन्ने प्रोटॉन्स होए, Z इंटू MP नाल मल्टीप्लाई कर दांगे, टोटल मास ऑफ प्रोटॉन आ जाऊगा। न्यूट्रॉन का मास कितना आऊगा, A माइनस Z, इनमें जो माइनस कर दिए तो नंबर ऑफ न्यूट्रॉन होंगे, Mn ना मल्टीप्लाई करता, साडे कोले टोटल मास ऑफ न्यूक्लियॉन्स आ गया। ये की आ गया, टोटल मास ऑफ न्यूक्लियॉन्स, मास ऑफ न्यूक्लियॉन्स। इस चो न्यूक्लियस का मास माइनस कर दो, मास ऑफ न्यूक्लियस Mn, इनू कहते हैं डाल्टा M, डाल्टा M नू कहते हैं मास डिफेक्ट, ये कहते हैं मास डिफेक्ट। अगर तुसी डाल्टा M नू C स्क्वायर ना मल्टीप्लाई कर दो तो उन्होंने कहने हैं बाइंडिंग एनर्जी। लो जी बाइंडिंग एनर्जी कितनी बन गई, ये बन गई ZMP प्लस A माइनस Z ऑफ Mn माइनस कैप Mn इनटू C दा स्क्वायर, ये आ गई बाइंडिंग एनर्जी। अगर तुसी A नाल डिवाइड कर दो दोनों पासे तो ये हो जाएगी बाइंडिंग एनर्जी पर न्यूक्लियॉन, बाइंडिंग एनर्जी पर न्यूक्लियॉन। हुण जिहड़ा एक AMU जिहड़ा आपां पढ़िया है इह 931.5 मेगा इलेक्ट्रॉन वोल्ट के बराबर हुंदा है। किवें तुहानूं पढ़िया E = mc स्क्वायर, M हैगा 1.67 into 10 दी पावर -27, C हैगा 3 into 10 दी पावर 8, एनर्जी आऊगी जाउच, इनू कर दो डिवाइड 1.6 into 10 दी पावर -19 नाल, ये बन गए इलेक्ट्रॉन वोल्ट, इनू कर दो 10 दी पावर 6 नाल डिवाइड, ये करके बन गए मेगा इलेक्ट्रॉन वोल्ट। आंसर आ जाएगा सॉल्व करके 931.5 मेगा इलेक्ट्रॉन वोल्ट, यानी कि एक AMU के बराबर बन गया 931.5 मेगा इलेक्ट्रॉन वोल्ट। हुण अगला टॉपिक है बाइंडिंग एनर्जी कर्व एनालिसिस। मैनू रब करन लगे बाइंडिंग एनर्जी कर्व एनालिसिस। इत्थे लिखना है बाइंडिंग एनर्जी पर न्यूक्लियन वर्सेस मास नंबर। As there are the kinks in the graph, nuclei corresponding to the peaks are more stable. As there are kinks in the graph, as there are kinks in the graph, nuclei corresponding to the peaks, are more stable. जिवें इत्थे सपोज कर लो इत्थे किंक हुंदी, ये हुंदा 2He4, ये हुंदा 6C12, ये अगे कोई होर किंक हुंदी, ये हुंदा 8O16। even nuclei are more stable, binding energy per nucleon is maximum for iron 56 कितनी है, एक है 8.8 मेगा इलेक्ट्रॉन वोल्ट पर न्यूक्लियन, and then it decreases to uranium 226 7.2 मेगा इलेक्ट्रॉन वोल्ट पर न्यूक्लियन एनी रह जाएगी। आ जो प्रोसैस थानू दसदा है, ये 3 पार्ट्स बन गए। इत्थे की हो रहा है, बेसिकली इस पार्ट च फ्यूजन हो रहा है। फ्यूजन होंदा जो लाइटर न्यूक्लियाई मिलके हैवीयर न्यूक्लियाई बनाते हैं, इस पार्ट च फ्यूजन हो रहा है। जो हैवीयर न्यूक्लियाई ब्रेक करके लाइटर न्यूक्लियाई बनाते हैं तो इस तो फ्यूजन ते फ्यूजन का जो फिनोमेना है वो भी पॉसिबल होया। अगे चलो लगे रेडियो एक्टिविटी ये कहता है फिनोमेना ऑफ emission of
mission of alpha beta gamma rays phenomena is spontaneous, instantaneous, but statistical, stationary है, लगातार रहता है। ਹੁਣ ਆਪਾਂ ਇਸ ਚੀਜ਼ ਨੂੰ ਜਸਟੀਫਾਈ ਕਰਨਾ, ਪਹਿਲਾਂ ਤਾਂ ਆਪਾਂ ਅਲਫਾ ਬੀਟਾ ਗਾਮਾ ਦੇਖ ਲਈਏ। ਹੁਣ ਜਦੋਂ ਨਿਊਕਲੀਅਸ ਡਿਕੇ ਕਰਦਾ ਹੈ, ਬੜੀ ਇੰਪੋਰਟੈਂਟ ਗੱਲ ਹੈ ਕਿ ਵੈਨ ਦਾ ਨਿਊਕਲੀਅਸ ਡਿਕੇਸ, ਮੋਮੈਂਟਮ, ਐਂਗੂਲਰ ਮੋਮੈਂਟਮ, ਮਾਸ એનર્ਜੀ, ਚਾਰਜ, ਨੰਬਰ ਆਫ ਨਿਊਕਲੀਓਨਸ ਇਹ ਹਮੇਸ਼ਾ ਕੰਜ਼ਰਵ ਰਹਿੰਦੇ। ਜਦੋਂ ਨਿਊਕਲੀਅਸ ਡਿਕੇ ਕਰਦਾ ਹੈ ਤਾਂ ਐਟੋਮਿਕ ਨੰਬਰ 2 ਘਟੇਗਾ, ਮਾਸ ਨੰਬਰ 4 ਘਟ ਜਾਏਗਾ, ਅਲਫਾ ਪਾਰਟੀਕਲ ਬਾਹਰ ਆ ਜਾਏਗਾ। ਅਸੀਂ ਇਸ ਦੇ ਵਿੱਚੋਂ ਇਹਨਾਂ ਦੋਨਾਂ ਦਾ ਸਮ ਨੂੰ ਮਾਈਨਸ ਕਰ ਦਾਂਗੇ, ਸਾਡੇ ਕੋਲ એનર્ਜੀ ਆ ਜਾਊਗੀ। ਪਰ ਜਿਹੜਾ ਮੋਮੈਂਟਮ ਹੈਗਾ, ਜਿੰਨਾ ਇਹਨੂੰ ਜਦੋਂ ਬ੍ਰੇਕ ਹੋਇਆ, ਜਿੰਨਾ ਮੋਮੈਂਟਮ ਇਸ ਦਾ ਉਨਾ ਹੀ ਮੋਮੈਂਟਮ ਇਸ ਦਾ ਜਦੋਂ ਨਿਊਕਲੀਅਸ ਐਕਸਪਲੋਡ ਕਰਦਾ। ਹੁਣ ਜਦੋਂ ਇਹਦੀ ਕਾਇਨੈਟਿਕ એનર્ਜੀ ਤੁਹਾਨੂੰ ਪੜ੍ਹੀ ਹੈ, ਹੁੰਦੀ ਹੈ ਹਾਫ mv ਦਾ ਸਕੁਅਰ, ਯਾਨੀ ਕਿ p ਸਕੁਅਰ ਬਾਈ 2m। m ਜਿਹੜੀ ਹੈਗੀ એનર્ਜੀ ਇਨਵਰਸਲੀ ਪ੍ਰੋਪੋਰਸ਼ਨਲ ਹੈ। ਜਦੋਂ y ਦੀ ਕਾਇਨੈਟਿਕ એનર્ਜੀ ਕੱਢੋਗੇ ਤਾਂ ਅਲਫਾ ਉੱਤੇ ਲਿਖੋਗੇ k ਅਲਫਾ upon ky plus k alpha into q, यानी कि ਇਹਦਾ ਐਟੋਮਿਕ ਮਾਸ 4 ਹੁੰਦਾ ਹੈ, 4 ਬਟਾ ਟੋਟਲ ਮਾਸ। y ਦਾ 4 ਘੱਟ ਹੋਊਗਾ, a - 4 ਓਵਰ a ਲਿਖਾਂਗੇ। ਇਹਦਾ ਕੱਢਣਾ ਹੈ ਤਾਂ ਉੱਪਰ a ਆਊਗਾ, ਇਹਦਾ ਕੱਢਣਾ ਹੈ ਤਾਂ y ਉੱਤੇ ਆਊਗਾ। ਔਰ ਇੱਥੋਂ ਬਿਲਕੁਲ ਕਲੀਅਰ ਹੈ ਕਿ ਕਾਇਨੈਟਿਕ એનર્ਜੀ ਜਿਹੜੀ ਹੈਗੀ ਹੈ ਉਹ ਅਲਫਾ ਪਾਰਟੀਕਲ ਦੀ y ਦੇ ਕੰਪੈਰੀਟਿਵਲੀ ਜ਼ਿਆਦਾ ਹੁੰਦੀ ਹੈ। ਅੱਗੇ ਆ ਗਿਆ ਸਾਡਾ ਬੀਟਾ ਡਿਕੇ। ਬੀਟਾ ਡਿਕੇ ਦਾ ਮਤਲਬ ਹੈ ਵੀ ਇਲੈਕਟ੍ਰੋਨ ਕਮ ਆਊਟ ਆਫ ਦੀ ਨਿਊਕਲੀਅਸ। ਜਦੋਂ ਮਤਲਬ ਕਿ ਨਿਊਟ੍ਰੋਨ ਪ੍ਰੋਟੋਨ ਤੇ ਇਲੈਕਟ੍ਰੋਨ ਚ ਕਨਵਰਟ ਹੋ ਜਾਂਦਾ ਤਾਂ ਇਲੈਕਟ੍ਰੋਨ ਬਾਹਰ ਨਿਕਲ ਜਾਂਦਾ, ਪਰ ਪ੍ਰੋਟੋਨ ਉੱਥੇ ਹੀ ਸਟੇ ਕਰ ਜਾਂਦਾ। ਹੁਣ ਇਸ ਸਟੇਜ ਦੇ ਵਿੱਚ ਜਦੋਂ ਬੀਟਾ ਨੈਗੇਟਿਵ ਬੀਟਾ ਪਾਰਟੀਕਲ ਨਿਕਲੂਗਾ ਤਾਂ ਇਹਦਾ ਜਿਹੜਾ ਮਾਸ ਨੰਬਰ ਹੈਗਾ, ਸਾਡਾ ਜਿਹੜਾ ਡਾਟਰ ਨਿਊਕਲੀਆਈ ਬਣੂਗਾ, ਉਹਦਾ ਜਿਹੜਾ ਸਾਡਾ ਐਟੋਮਿਕ ਨੰਬਰ ਹੈ ਉਹ 1 ਵਧੇਗਾ, ਪਰ ਮਾਸ ਨੰਬਰ ਸੇਮ ਰਹੇਗਾ। ਪਰ ਹੁਣ ਜਿੰਨੇ ਬੀਟਾ ਪਾਰਟੀਕਲ ਨਿਕਲਦੇ ਆ ਉਹਨਾਂ ਦੀ એનર્ਜੀ ਡਿਫਰੈਂਟ ਹੈ, ਤਾਂ ਨਾਲ ਅਸੀਂ ਕਹਿੰਦੇ ਐਂਟੀ ਨਿਊਟ੍ਰੀਨੋ ਨਿਕਲਦਾ ਜਿਹਦਾ ਕੋਈ ਚਾਰਜ ਨਹੀਂ ਹੈ, ਨੈਗਲੀਜੀਬਲ ਮਾਸ ਹੈ, ਔਰ ਸਪਿਨ ਹੈ ਜਿਹੜੀ ਉਹ 1/2 ਹੈ। ਟੂ ਮੇਨਟੇਨ ਦ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ and momentum, the new particle called antineutrino that was discovered, a particle called antineutrino, ਜਿਹਦੇ ਵਿੱਚ ਕੀ ਹੋਏਗਾ, ਚਾਰਜ 0 ਹੋਏਗਾ, ਮਾਸ ਨੈਗਲੀਜੀਬਲ ਹੋਏਗਾ, ਸਪਿਨ ਹਾਫ ਹੋਏਗਾ, ਔਰ ਨੰਬਰ ਆਫ ਬੀਟਾ ਪਾਰਟੀਕਲ ਤੇ ਕਾਇਨੈਟਿਕ એનર્ਜੀ ਦਾ ਇਸ ਤਰ੍ਹਾਂ ਦਾ ਗ੍ਰਾਫ ਹੋਏਗਾ। ਇਹ ਹੋਗਾ ਐਂਟੀ ਨਿਊਟ੍ਰੀਨੋ। ਹੁਣ ਨਿਊਕਲੀਅਸ ਹੈ ਜਿਹੜਾ ਬੜਾ ਅਨਸਟੇਬਲ ਹੈ। ਜੇ ਸਾਡੇ ਕੋਲੇ ਪਲੱਸ ਬੀਟਾ +1e0 ਚਾਰਜ ਨਿਕਲੇਗਾ, +1e0, ਤਾਂ ਇੱਥੇ 1 ਘਟੇਗਾ। ਸੇਮ ਮਾਸ ਐਜ਼ ਦੈਟ ਆਫ ਇਲੈਕਟ੍ਰੋਨ ਬਟ ਚਾਰਜ +e। ਆਈ ਜਿਹੜੇ ਨਿਊਕਲੀਅਰ ਰਿਐਕਸ਼ਨਸ ਹੁੰਦੀ ਹੈ, ਜਦੋਂ ਹੈਵੀ ਨਿਊਕਲੀਅਸ ਇੱਕ ਨਿਊਟ੍ਰੋਨ ਨਾਲ ਸਟ੍ਰਾਈਕ ਕਰਦਾ ਹੈ ਤਾਂ ਇੱਕ ਕੈਡਮੀਅਮ, ਬੇਰੀਅਮ ਤੇ ਇੱਕ ਹੋਰ 3 ਨਿਊਟ੍ਰੋਨ ਬਚ ਜਾਂਦੇ ਆ ਤੇ ਲੋਟ ਆਫ એનર્ਜੀ ਇਜ਼ ਰਿਲੀਜ਼ਡ। ਅਸੀਂ ਨਿਊਕਲੀਅਰ ਰਿਐਕਟਰ ਕੋਈ ਸਾਡੇ ਪਾਰਟ ਆਫ ਸਿਲੇਬਸ ਨਹੀਂ ਹੈ, ਤੁਹਾਨੂੰ ਜਿੰਨੀ ਕਿ ਨੌਲੇਜ ਚਾਹੀਦੀ ਆ ਤੁਹਾਨੂੰ ਦੱਸ ਦਿੰਦਾ ਵੀ ਇੱਕ ਤਾਂ ਇਹ 'ਚ ਫਿਜ਼ਨ ਰਿਐਕਸ਼ਨ ਹੁੰਦਾ, ਇੱਕ ਯੂਰੇਨੀਅਮ 235 ਅਸੀਂ ਫਿਊਲ ਦੇ ਤੌਰ ਤੇ ਸਟ੍ਰਾਈਕ ਕਰਦੇ ਹਾਂ, ਇੱਕ ਇਸ 'ਚ ਨਿਊਟ੍ਰੋਨ ਸਟ੍ਰਾਈਕ ਕਰਦਾ ਹੈ, ਫਿਜ਼ਨ ਰਿਐਕਸ਼ਨ ਹੁੰਦਾ ਹੈ ਤੇ એનર્ਜੀ ਰਿਲੀਜ਼ ਹੁੰਦੀ ਹੈ। ਮੋਡਰੇਟਰ, ਹੈਵੀ ਵਾਟਰ ਇਜ਼ ਯੂਜ਼ਡ ਐਜ਼ ਅ ਮੋਡਰੇਟਰ, heavy water is used as a moderator to slow down the speed of fast moving neutrons. एक इस कैडमियम ते बोरोन दी रॉड यूज करते हैं। कैडमियम एंड बोरोन रॉड्स आर यूज्ड टू absorb excess neutrons. अगे चलते हैं, इन्हां नूं मैं रब करन लग्या, स्पेस चाहिए लिखण लई। रेडियो एक्टिविटी है, रेडियो एक्टिविटी ਇਹਦੇ ਨਿਊਮੈਰੀਕਲ ਜੀ ਦੇਖਣੇ ਆ, ਜਿਹੜੀਆਂ ਆਪਾਂ ਡੈਫੀਨੇਸ਼ਨ ਦਾ ਦੱਸਦੀ ਫੀਨੋਮੀਨਾ ਆਫ ਮਿਸ਼ਨ ਆਫ ਅਲਫਾ ਬੀਟਾ ਗਾਮਾ ਰੇਸ, ਪਰ ਜਿਹੜਾ ਇਹਦੀ ਯੂਨਿਟਸ ਨੇ ਉਹ ਕੀ ਨੇ ਵੀ ਇੱਕ ਕਿਊਰੀ ਜਿਹੜੀ ਹੈਗੀ ਹੈ ਉਹ 3.7 × 10⁻10 disintegrations
पर सैकेंड के बराबर है। उस तो बाद एक बैक्यूरल जिहड़ा हैगा वो 1 डिके पर सैकेंड के बराबर है, 1 डिके पर सैकेंड के बराबर है। हुण नंबर एन ते टी के विचकार ग्राफ है, एन नॉट, ठीक है, किन्ने साडे कोले नंबर ऑफ पार्टिकल्स ने वर्सिस टाइम च की ग्राफ है, ये साडी ये सारे देखना है। उस तो इलावा हुण एक ला है रेडियो एक्टिव डिसइंटीग्रेशन का, ये कहता है ये रेडियो एक्टिव सैंपल डिकेज एट द रेट which is proportional to number of elements present in the sample, number of elements present in the sample at that time, present in the sample at that time. A radioactive sample decays at the rate which is proportional to the number of elements present in the sample at that time. यानी कि डिके हो गया माइनस dn by dt, it is equal to directly proportional to n, the dn by dt is equal to minus of lambda n. ये बन गया dn by n is equal to minus of lambda dt. Integrate both the sides, ये बन गया log of n to the base e is equal to minus of lambda t plus c. हुण at t is equal to 0, n is equal to n naught, तो c किहदे बराबर आ गया log of n naught to the base e, इन्हू चक्किया इत्थे पुट करता, ये बन गया log of n is equal to the base e minus of lambda t plus log of n naught, इन्हू चक्किया नूं इधर लिआंदा log of n to the base e minus log of n naught to the base e is equal to minus of lambda t. log of a minus log of b बन गया log of a by b is equal to minus of lambda t. ये बन गया n is equal to n naught e the power minus of lambda t. अगला टॉपिक है इस हाफ लाइफ टाइम। ये कहता है टाइम टेकन बाय द रेडियोएक्टिव सैंपल to become 1/2 of original value, 1/2 of original value का हाफ करता n naught by 2 is equal to n naught e the power minus of lambda t, ये कट गया 1 by 2 is equal to e the power minus lambda t, 2 is equal to e the power lambda t, log of 2 to the base e is equal to lambda t log of e, log e हो गया 1 के बराबर, t किसके बराबर बन गया log of 2 to the base e upon lambda, log to the base e बन गया 2.303, log of 2 by lambda ये बन गया 2.303, log of 2 बन गया 0.3010 over lambda, ये बन गया 0.693 by lambda। ये हो गया हाफ लाइफ टाइम है जी वो 0.693 टाइम का टा एवरेज होंगी है, ਇਹਦਾ मतलब टा एवरेज बन गया इट इज इक्वल टू टी हाफ ओवर 0.693। यानी कि टा एवरेज कितने बराबर हो गया एवरेज लाइफ टाइम, एक होता है एवरेज लाइफ टाइम, ये हो गया 1 by लैम्डा के बराबर। उन्हें आएगा कि नहीं सम टोटल ऑफ द लाइव्स ऑफ ऑल द एलिमेंट प्रेजेंट इन द सैंपल होता है सम टोटल ऑफ टा एवरेज होता है सम टोटल ऑफ द लाइव्स ऑफ ऑल द एलिमेंट्स present in the sample
divided by original number of elements present in the sample. Original number of elements present in the sample. ये बन गया TDN divided by N naught. ये बन गया 0 तो इन्फिनिटी. n कितने बराबर है n नॉट e दी पावर माइनस ऑफ लैम्बडा t dn by dt बन गया इट इज इक्वल टू n नॉट माइनस ऑफ लैम्बडा e दी पावर माइनस ऑफ लैम्बडा t. t n नॉट माइनस ऑफ लैम्बडा ए जीरो उल्ट हो जाएगा, माइनस साइन अब्सॉर्ब करना, माइनस ऑफ लैम्बडा ई दी पावर माइनस लैम्बडा टी बटा एन नॉट. ये तो ये कट गया. ई दी पावर माइनस लैम्बडा टी इंटू टी, टी एन नॉट माइनस लैम्बडा ई दी माइनस लैम्बडा टी बाई एन नॉट इंटू 0 तो इन्फिनिटी. ਹੁਣ ਲਓ ਜੀ टी एवरेज माइनस लैम्बडा ओमी पहला एज इट इज, दूसरे का इंटैग्रल, पहले का डेरिवेटिव 1, दूसरे का इंटैग्रल, पहले का डेरिवेटिव 1, दूसरे का इंटैग्रल, होल का इंटैग्रल. ये बन जाएगा e दी पावर माइनस लैम्बडा टी इंटू 1 बाई लैम्बडा दा होल स्क्वायर. आ नेगेटिव साइन दे के ਇਹਦਾ ਆ ਵਾਲਾ ਸਾਈਨ ਆਪਸ ਚ ਕੱਟ ਜਾਣਗੇ. ਸੋਲਵ ਕਰਨ ਤੇ ਸਾਡੇ ਕੋਲ ਇਹ ਸਾਰਾ ਬਣ ਜੂਗਾ टा एवरेज इज इक्वल टू 1 बाय लैम्बडा. एवरेज लाइफ टाइम इज इक्वल टू 1 बाय लैम्बडा. यानी कि ਜਿਹੜਾ 네ਗੇਟਿਵ ਸਾਈਨ ਆ ਰਿਹਾ ਸੀ ਅਸੀਂ ਇਹਨੂੰ ਅਬਜ਼ੌਰਬ ਕਰਤਾ 0 ਤੋਂ ਇਨਫਿਨਿਟੀ ਕਰਕੇ ਤੇ 네ਗੇਟਿਵ ਸਾਈਨ ਹੈਗਾ ਜਿਹੜਾ ਇੱਥੇ ਨਹੀਂ ਆਊਗਾ. ਫਿਰ ਇਨਫਿਨਿਟੀ ਤੋਂ 0 ਸੀ, ਇਹ 0 ਤੋਂ ਇਨਫਿਨਿਟੀ ਹੈ. ਠੀਕ ਹੈ ਜੀ, ਇਹ ਸੀ ਸਾਡਾ ਅਸੀਂ ਹਾਫ ਲਾਈਫ ਕਿਵੇਂ ਕੱਢਣੀ ਹੈ ਔਰ ਇਹ ਕਿਵੇਂ ਹੈ. आओ देखिए ये छोटे मोटे न्यूमेरिकल मैंने स्पेस चाहिए, मैं रब करन लग गया. Reactive sample decays in two manner at a time, heavy decay constant lambda 1 and lambda 2. ਹੁਣ ਤੁਹਾਨੂੰ ਪਤਾ ਹੈ ਵੀ ਜਿਹੜਾ ਇਹ lambda 1 ਤੇ lambda 2 ਹੁੰਦਾ ਇਹ 0.693 by t ਹਾਫ ਦੇ ਬਰਾਬਰ ਹੈ. ਠੀਕ ਹੈ ਜੀ, ਤੇ ਇਹ ਬਣ ਗਿਆ 0.693 by t1, ਇਹ ਬਣ ਗਿਆ 0.693 by t2. तो t के बराबर बन गया t1 इंटू t2 डिवाइडेड बाई t1 प्लस t2. लो हो गया. A radioactive sample has the mean lifetime of 16 and 500 16 years and 520 years from alpha and beta emission, emitted decay and small amount of alpha and beta emission. Find the time after which 1/4 of the material left. Mean lifetime दिता हुआ है 16 years and 520 years. Time after which 1/4 of the material left. कितने टाइम बाद a radioactive sample has mean lifetime T1 to T2 for alpha and beta emission of a material decays by small amount of alpha and beta emission, time after which 1/4 of the material left. 1/4 मटीरियल रह जाएगा. मीन लाइफ टाइम दिता हुआ. ਹੁਣ ਤੁਹਾਨੂੰ ਪਹਿਲਾਂ ਇਹ ਰਿਲੇਸ਼ਨ ਤੋਂ ਨਾ ਤੁਸੀਂ ਆਹ ਚੀਜ਼ ਬਣਾ ਲਓ ਵੀ 0.693 टा एवरेज इक्वल टू t हाफ, यानी कि दोनों एक दूसरे ਦੇ डायरेक्टली प्रोपोर्शनल है. ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਹਾਫ ਲਾਈਫ ਟਾਈਮ ਹੈਗਾ ਉਹ एवरेज लाइफ टाइम ਦੇ डायरेक्टली प्रोपोर्शनल है. 0.693 ਦਾ ਫੈਕਟਰ ਹੈ. ਹੁਣ 16 ਸਾਲ ਲੱਗਦੇ ਆ, ਇਹਦਾ ਮਤਲਬ ਤੇ 520 ਫਾਰ ਅਲਫਾ ਤੇ ਬੀਟਾ ਮਿਸ਼ਨ ਨੂੰ 1/4 ਆਫ ਦੀ ਸੈਂਪਲ ਮਟੀਰੀਅਲ ਲੈਫਟ ਨੂੰ ਕਿੰਨਾ ਟਾਈਮ ਲੱਗੇਗਾ.
ਤਾਂ ਇਸ ਚੋਂ ਸਾਨੂੰ ਪਤਾ ਵੀ ਜਿਹੜਾ टा एवरेज हैगी है वो 1 बाय लैम्बडा, ਇਹਦਾ ਮਤਲਬ लैम्बडा कितना हो गया 1 बाय 16। दूजे केस च लैम्बडा कितना हो गया 1 बाय 520। ਹੁਣ ਜਦੋਂ ਆਪਾਂ ਨੂੰ लैम्बडा पता लग गया, लैम्बडा 1 ਦੀ ਆ ਗਈ, लैम्बडा 2 ਦੀ ਆ ਗਈ, ਆਪਣਾ ਸਾਨੂੰ ਇਹ ਵੀ ਫਾਰਮੂਲਾ ਪਤਾ 0.693 ਬਾय लैम्बडा इज इक्वल टू t हाफ। ਹੁਣ लैम्बडा 1 ਹੈ, ਇਹਨੂੰ ਉਲਟਾਤਾ 1 बाय लैम्बडा हो गया, ये बन गया 0.693 into 16, ये बन गया 0.693 into 16। दूजे वाला टा हाफ बन जाएगा 0.693 into 520। दोनों की रेशो ले लो एंड यू विल गेट द किन्ने साडा 1/4 ਜਿਹੜਾ ਟਾਈਮ ਲੱਗੇਗਾ ਮਟੀਰੀਅਲ ਨੂੰ ਡਿਕੇ ਹੋਣ ਨੂੰ ਸਾਡੇ ਕੋਲ ਹੀ ਨਿਕਲ ਆਏਗਾ। ਆਏ ਦੋ ਰੇਡੀਓ ਐਕਟਿਵ ਸੈਂਪਲਸ ਨੇ A ਤੇ B, A and B 1 hour and 2 hour respectively। हाफ लाइफ जी हैगी 1 ਤੇ 2 हार है, सेम नंबर ऑफ न्यूक्लियाई है। एट द एंड ऑफ 2 घंटे बाद ये कितना हो जाएगा 2 का स्क्वायर बन जाएगा, ये कितना रह जाएगा 2 की पावर 1 बन जाएगा। जे तुसीं दोनों की रेशो लाओगे तुहाडे कोल आंसर आ जाएगा। हुण वैसे ਇਹਦਾ ਕੱਢਣ ਦਾ तरीका बड़ा सिंपल है, तुसीं देखो भी ਇਹਦੀ 1 हार दी है, 2 हार दी है, 0.693 by 1 0.693 by 2, ये आ गया लैम्बडा 1, ये आ गया लैम्बडा 2। दोनों की रेशो लेनी है, लैम्बडा 1 बाय लैम्बडा 2, 2:1 बन गया, 2:1 आंसर आ गया 2:1। एक सैंपल जेड़ा रेडियोएक्टिव सबस्टेंस दा which fraction of the initial number of nuclei will remain undergo small t, t हाफ है, t हैगा हाफ लाइफ, स्मॉल t किहदे बराबर है nt, ਇਹਨੂੰ ਇਹਦੇ ਚ ਪੁੱਟ ਕਰਤਾ 2 ਦੀ ਪਾਵਰ n बन गया। ਹੁਣ ਜਦੋਂ ਇਹਨੂੰ ਤੁਸੀਂ ਸੋਲਵ ਕੀਤਾ ਆ t ਕਿਹਦੇ ਬਰਾबर है, ये बन गया स्मॉल n है जो 1/2 है इंटू टी, इन्हें पुट किया, ठीक है, टी की वैल्यू उत्तों लिया के नीचे पुट करोगे, सॉल्व करोगे, यू विल गेट द आंसर। बस इतना गल है। एन टी है याद रखना, एन टी एन लाइफ टाइम है, जिन्हों 1/2 एन कितना 1/2 पुट करना है, 1/2 का स्क्वायर रूट ऑफ 2 टाइम बन जाएगा। इन्हों स्पेस चाहिए अपन, हम रब कर दिए अपन। प्रोड्यूस्ड एट द कांस्टेंट रेट ऑफ 200 न्यूक्लियाई पर सेकंड ड्यूरिंग द कांस्टेंट लैम्बडा दिता हुआ 1, 200 माइनस n, 100 कदों हो जाएगा गिवन इनिशियली द नंबर ऑफ न्यूक्लियाई प्रेजेंट, dn by dt, ये बन गया dn बटा 200 माइनस n इज इक्वल टू dt। इंटीग्रेट करता माइनस ऑफ log ऑफ 200 माइनस n इज इक्वल टू t प्लस c। हुन एट t इज इक्वल टू 0, t is equal to 0, n is equal to 100। जो n 100 होगा 100 आ गया, c कितना आ गया log of 100। तो n is equal, पहला शुरू तो लिखो n is equal to 0, शुरू कुछ नहीं हैगा, ਇਹਦਾ मतलब c is equal to minus of log of 200, ਇੱਥੇ ਪੁੱਟ ਕਰਤਾ, ਇਹ ਬਣ ਗਿਆ log of 200 माइनस n, इनिशियली 100 सीगी, t माइनस log of 200, log of a, log of b, a बटा b, t इक्वल टू log of 1/2, आंसर। half life of A and the half life of B. Initially, the number of nuclei of A and B are this and this. After 3 half life, A, the number of ਜਿਹੜੇ ਹੈਗੇ equal ਹੋ ਜਾਣ, ਤਾਂ n ਤੇ nb ਦੀ ਰੇਸ਼ੋ ਕਿੰਨੀ ਹੋਏਗੀ 2 half life। Initially, the number of nuclei in A and B are Na and Nb। 2 half life बाद 2 ਦਾ ਸਕੁਅਰ ਤੇ दो हाफ लाइफ और लांगियां, 2 और लांगियां 2 दी पावर 6, ਇਹਦਾ मतलब आंसर कितना आ जाएगा 1/2 दी पावर 6। आई एक कोई फॉसिल फ्यूल है, कार्बन 14 ਤੇ कार्बन 12 ਦੀ ਰੇਸ਼ੋ ਦਿੱਤੀ ਹੈ 1:15, हाफ लाइफ है भी एक ਦਿੱਤੀ ਹੈ, फाइंड द एज ऑफ द फॉसिल फ्यूल ਕੱਢਣੀ ਹੈ। ਤਾਂ ਟੋਟਲ ਜਿਹੜਾ ਹੈਗਾ ਸਾਡੇ ਕੋਲੇ ਇਨੀਸ਼ੀਅਲੀ ਕਿੰਨੇ x ਤੇ 15, x + 15 ਕਿੰਨੀ ਹੋ ਗਈ 16x, ਇਹਦਾ मतलब x बटा 16x कितने बराबर हो गया 2 दी पावर 4 4 आ गया ना, n4 आ गया, 4 ਨਾਲ ਮਲਟੀਪਲਾਈ ਕਰ ਲਓ ਤਾਂ 57 30 ਨੂੰ 4 ਨਾਲ ਮਲਟੀਪਲਾਈ ਕਰ ਲਓ, ਜਿੰਨਾ ਤੁਹਾਡੇ ਕੋਲੇ ਆ ਜਾਊਗਾ ਫੋਸਿਲ ਫਿਊਲ ਦੀ ਲਾਈਫ ਆ ਜਾਊਗੀ। ਮੈਨੂੰ ਰੱਬ ਕਰਨ ਲੱਗੇ ਕਹਿੰਦਾ 10% of the radioactive material decay in 5 days।
10% डिकेज इन 5 डेज। अमाउंट ऑफ मटीरियल लेफ्ट कितना रह गया 90%। 90% मटीरियल लेफ्ट। हुण नंबर ऑफ हाफ लाइफ्स कितनी आ गई? नंबर ऑफ हाफ लाइफ्स 20/5 कितनी आ गई? 4। ਇਹਦਾ मतलब 1/2 ਦੀ ਪਾਵਰ 4 ਹੋ ਗਿਆ। ਇਹਦਾ मतलब 90/100 ਜਿਹੜਾ ਮਟੀਰੀਅਲ ਰਹਿ ਗਿਆ 20/4 ਇੰਨਾ ਮਟੀਰੀਅਲ ਰਹਿ ਜੂਗਾ। ਆਨਸਰ ਆ ਗਿਆ। एक्टिविटी ऑफ ए सैंपल 1024 तो 128 हो गया 2 मिनट ਦੇ ਵਿੱਚ। इन 6 मिनट एक्चुअली इट इज डिमिनिश्ड टू कितनी हो जाएगी घट के। एक्टिविटी ऑफ ए सैंपल फार्मूला A is equal to A0 e ਦੀ पावर माइनस ऑफ लैम्बडा t। सैंपल तो 1024 तो 128 in 2 minutes। in 2 minutes in 6 मिनट इट एक्चुअली ਹੁਣ 6 ਇੱਥੋਂ ਤੁਸੀਂ ਕੀ ਕੱਢੋ? ਸਭ ਤੋਂ ਪਹਿਲਾਂ ਤਾਂ ਲੈਮਡਾ ਕੱਢਣਾ ਪਊਗਾ। 128/1024 e ਦੀ ਪਾਵਰ ਮਾਈਨਸ ਆਫ 2 ਲੈਮਡਾ। ਇਹ ਬਣ ਗਿਆ ਕੱਟ ਕੇ 64 ਆ ਜਾਏਗਾ। ਇਹਨੂੰ ਕੱਟ ਕੇ ਆ ਜਾਏਗਾ 512 ਆ ਜਾਏਗਾ। ਇਹਨੂੰ ਕੱਟ ਕੇ 32 ਆ ਜਾਏਗਾ। ਇਹਨੂੰ ਕੱਟ ਕੇ 256 ਆ ਜਾਏਗਾ। ਇਹਨੂੰ ਕੱਟ ਕੇ 16 ਆ ਜਾਏਗਾ। ਇਹਨੂੰ ਕੱਟ ਕੇ 128 ਆ ਜਾਏਗਾ। ਇਹਨੂੰ ਕੱਟ ਕੇ 8 ਆ ਜਾਏਗਾ। ਇਹਨੂੰ ਕੱਟ ਕੇ 64 ਆ ਜਾਏਗਾ। 8 8 64 ਆ ਜਾਏਗਾ। 1/2 ਦੀ ਪਾਵਰ 3 is equal to e ਦੀ ਪਾਵਰ ਮਾਈਨਸ 2 ਲੈਮਡਾ। ਇਹ ਬਣ ਗਿਆ 2 ਦੀ ਪਾਵਰ 3 is equal to e ਦੀ ਪਾਵਰ 2 ਲੈਮਡਾ। ਇਹਦਾ ਮਤਲਬ 2 ਲੈਮਡਾ is equal to 3 ਲੈਮਡਾ is equal to 3/2। ਹੁਣ ਲੈਮਡਾ ਨਿਕਲਿਆ ਆ। 6 ਮਿੰਟ ਬਾਅਦ ਕਿੰਨਾ ਰਹਿ ਜਾਊਗਾ? 6 ਮਿੰਟ ਪੁੱਟ ਕਰ ਦੋ ਬਸ ਆਨਸਰ ਆ ਜਾਊਗਾ। ਐਕਟੀਵਿਟੀ ਕਿੰਨੀ ਰਹਿ ਜੂਗੀ? ਪਹਿਲਾਂ ਐਕਟੀਵਿਟੀ ਸੀਗੀ 1024 e ਦੀ ਪਾਵਰ ਮਾਈਨਸ ਲੈਮਡਾ 3/2। 6 ਬਾਅਦ ਕੱਢਣੀ ਹੈ ਇੱਥੇ 3। सॉल्व कर लो, you will get the amount of activity that is left। वो साडे कोले पता लग जाएगी। ठीक है जी। उन्होंने थोड़ी स्पेस चाहिए होएगी। ਆਪਾਂ ਇਹਨੂੰ ਰੱਬ ਕਰ ਦਈਏ। ਆ ਜਿਹੜਾ ਕੁਐਸਚਨ ਕੱਢਿਆ ਇਹ ਵਾਲਾ ਸੀਗਾ। The activity of a sample decreases from 1024 in 2 minutes। तो 6 मिनट बाद कितनी हो जाएगी? जाने का तरीका हो रहा है। 2 मिनट चाहिए रह गई 1024 तो 128 रह गई। 128/1024 कर गया पानी कितनी रह गई? देखो जी 64 चौका 1/8 रहेगी। फिर कितनी रह जाएगी? 1/। अगले 2 मिनट ये 2 मिनट च नेक्स्ट 2 मिनट कितनी रह गई? 1/8 स्क्वायर। अगले 2 मिनट कितनी रह जाएगी? 1/8 क्यूब। ये आंसर आ गया। सौखा तरीका है। 1/512 आंसर बन जाएगा। ਇਹਦਾ ਵੀ ਇੰਨਾ ਹੀ ਬਣੇਗਾ। ਮੈਨੂੰ ਰੱਬ ਕਰਨ ਲੱਗੇ। Any instant the ratio of the amount of radioactive substance is 2:1 है। half life for 12 and 16 respectively। फाइंड रेशियो ऑफ दी सबस्टांसेस आफ्टर 2 डेज। 2 दिन बाद सबस्टांस कितना रह जाऊगा? ये सीगा 2N0। ठीक है। ये हैगा N0। पहला सीगा ये 2 दी पावर ये 12 and 16। आफ्टर 2 डेज कितना रह जाऊगा? 2 डेज मींस their half life are the ratio of 2:1। 2N0 ਤੇ N0 ये 2 दी पावर 4। ठीक है। 2 दिन बाद 12 चौके 48 2 ਦੀ ਪਾਵਰ 4 16 3 48 2 ਦੀ ਪਾਵਰ 3 ਇਹਨਾਂ ਦੇ ਜੂਗਾ N0 2 ਦੀ ਪਾਵਰ 3 2N0 2 ਦੀ ਪਾਵਰ 4। ਇਹ ਰਹਿ ਜੂਗਾ 2N0 2 ਦੀ ਪਾਵਰ 4 N0 2 ਦੀ ਪਾਵਰ 3। ਚਲੋ ਅੱਗੇ ਚੱਲੀਏ। ਹੁਣ ਸਾਡੇ ਕੋਲੇ ਕੋਈ ਰੇਡੀਓਐਕਟਿਵ ਸੈਂਪਲ ਹੈ। ਫ੍ਰੈਕਸ਼ਨ ਆਫ ਦੀ ਇਨੀਸ਼ੀਅਲ ਨਿਊਕਲੀਆਈ that will remain unchanged after n times। ਤਾਂ ਕਿੰਨਾ ਰਹਿ ਗਿਆ? 1/λ। स्मॉल t nt के बराबर है। ਇਹਨੂੰ ਲਿਖਿਆ N0 e ਦੀ ਪਾਵਰ ਮਾਈਨਸ ਲੈਮਡਾ t। ਤਾਂ ਕਿਹਦੇ ਬਰਾਬਰ ਹੈ? 1/λ। ਇਹਨੂੰ ਕੱਟ ਗਿਆ। ਸੋਲਵ ਕਰ ਲਓ ਰੇਸ਼ੋ ਲੈ ਲਓ e ਦੀ ਪਾਵਰ n ਬਣ ਜਾਏਗਾ। ਠੀਕ ਹੈ ਜੀ। ਇਹਨੂੰ ਵੀ ਆਪਾਂ ਰੱਬ ਕਰ ਦਈਏ। ਇੱਕ ਕੁਐਸਚਨ ਰਹਿ ਗਿਆ ਹੋਰ 206 ਲੈਟ 206 फाइंड नंबर ऑफ अल्फा एंड बीटा पार्टिकल्स emitted। नंबर ऑफ अल्फा एंड बीटा पार्टिकल्स emitted। ਹੁਣ ਤੁਸੀਂ ਦੇਖੋ ਸਪੋਜ਼ ਕਰ ਲਓ x ਅਲਫਾ ਪਾਰਟੀਕਲ ਨਿਕਲਿਆ 2He4 ਤੇ y ਬੀਟਾ ਪਾਰਟੀਕਲਸ ਇਮਿਟ ਹੋਏ ਨੇ। ਸਪੋਜ਼ ਕਰ ਲਓ y ਹੈ ਉਹ। ਹੁਣ 2x y ਕਿੰਨਾ ਰਹਿ ਗਿਆ? 10। 4x इक्वल टू कितना रह गया? 30। 236 है तो 206 रहेगी।
x इज इक्वल टू 30/4 15/2 7 पार्टिकल निकलणगे। जे आप थोड़ी अमेंडमेंट कर लीए तो ठीक हो सकता है। इहनूं आपां 32 करके देख लीए 32 तो ये रह जूगा 34 24 ते 4 28 तो अल्फा पार्टिकल बन गए 7 बीटा पार्टिकल कितने बन गए 2 × 7 - y इज इक्वल टू 10 14 - 10 y कितना रह गया 4 बीटा पार्टिकल्स इमिटेड। x 7 अल्फा पार्टिकल्स इमिटेड। हाँ 7 मेगा इलेक्ट्रॉन बाइंडिंग एनर्जी पर न्यूक्लियन x की हैगी है 7 y की हैगी है 7.5 z की हैगी है 8। ठीक है हुण x की बाइंडिंग एनर्जी है 7 मेगा इलेक्ट्रॉन वोल्ट तो 7 × 100 कितना हो गया इन्हू 100 नाल मल्टीप्लाई कर लो ये बन गया 700 मेगा इलेक्ट्रॉन वोल्ट। 7.5 नूं 60 नाल मल्टीप्लाई कर लो कितनी होगी 450। तीन सौ 20 मेगा इलेक्ट्रॉन वोल्ट इन्होंने दोनों को ऐड कर लो ये बन गया 450 प्लस 320 माइनस 700 400 300 700 770 माइनस 700 ये बन गया 70 मेगा इलेक्ट्रॉन वोल्ट 70 मेगा इलेक्ट्रॉन वोल्ट। अमाउंट ऑफ एनर्जी कितनी रिलीज हुई है 70 मेगा इलेक्ट्रॉन वोल्ट। ठीक है जी ये सीगा साडा ए वाला न्यूमेरिकल। ਇਹਦੇ ਨਾਲ ਸਾਡਾ न्यूक्लियर फिजिक्स का जिहड़ा पोर्शन सीगा वो खत्म हो गया।